ਕੈਨੇਡਾ ਅਸੀਂ ਬਾਰ-ਬਾਰ ਕਹਿੰਦੇ ਆ ਕਿ ਯਾਰ ਇੱਥੇ ਬਲੂ ਕਾਲਰ ਜੌਬਸ ਦਾ, ਵਾਈਟ ਕਾਲਰ ਜੌਬਸ ਦਾ ਇੰਨਾ ਫਾਇਦਾ ਨਹੀਂ ਹੈ, ਤੁਸੀਂ ਕੋਈ ਸਕਿੱਲ ਲੈ ਆਓ। ਹੁਣ ਉਹ ਸਕਿੱਲ ਪਲੰਬਰਿੰਗ, ਟਰੱਕ ਡਰਾਈਵਿੰਗ, ਇਲੈਕਟ੍ਰੀਸ਼ੀਅਨ, ਕਾਰਪੈਂਟਰ, ਇਹ ਸਭ ਹੈ। ਪਰ ਕੈਨੇਡਾ ਇਹ ਨਹੀਂ ਸਮਝ ਰਿਹਾ ਕਿ ਜਿਹੜਾ IT ਵਾਲੇ ਨੇ, ਫੋਰ ਐਗਜ਼ਾਮਪਲ, ਸਭ ਤੋਂ ਵੱਡਾ ਐਗਜ਼ਾਮਪਲ IT ਵਾਲਿਆਂ ਦਾ, ਉਹ ਕੈਨੇਡਾ ਆ ਕੇ ਵੀ US ਵੱਲ ਜਾਣਾ ਚਾਹੁੰਦੇ ਨੇ। ਸੋ ਜਿਹੜਾ ਕੈਨੇਡਾ ਦਾ ਆਪਣਾ ਬ੍ਰੇਨ ਡਰੇਨ ਹੋ ਰਿਹਾ, ਉਹਦਾ ਨੁਕਸਾਨ ਕੈਨੇਡਾ ਹਜੇ ਦੇਖ ਨਹੀਂ ਰਹੀ। ਪੰਜਾਬ ਨੂੰ ਕਈ ਚਿਰ ਬਾਅਦ ਦਿਖਿਆ ਸੀਗਾ, ਜਿਵੇਂ ਹੁਣ ਦਿਖਣਾ ਸ਼ੁਰੂ ਹੋਇਆ। ਕੈਨੇਡਾ ਨੂੰ ਜਦ ਤੱਕ ਦਿਖਣਾ, ਉਦ ਤੱਕ ਬੜਾ ਭਾਰੀ ਨੁਕਸਾਨ ਹੋ ਜਾਣਾ। ਮੈਂ ਉਹਨੂੰ ਜਦੋਂ ਪੁੱਛਿਆ, ਮੈਂ ਕਿਹਾ ਵੀ ਤੁਸੀਂ ਕੈਨੇਡਾ ਦੇ ਵਿੱਚ ਲਾਈਫ ਦਾ ਸ਼ਿਫਟ ਕਿਸ ਤਰ੍ਹਾਂ ਦਾ ਵੇਖ ਰਹੇ ਹੋ, ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ, ਜਿਹੜਾ ਸਟੈਂਡਰਡ ਆਫ ਲਿਵਿੰਗ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਕੀ ਫਰਕ ਪਿਆ? ਉਹਨੇ ਇੱਕ ਲਾਈਨ ਦੇ ਵਿੱਚ ਬੰਦੇ ਨੇ ਜਵਾਬ ਬੜਾ ਵਧੀਆ ਦਿੱਤਾ। ਕਹਿੰਦਾ ਜੀ ਬ੍ਰਾਂਡਡ ਤੋਂ ਨੋ ਨੇਮ ਤੇ ਆ ਚੁੱਕੇ ਆ। ਕੈਨੇਡੀਅਨਸ ਉਹ ਨੇ ਜਿਹੜੇ ਸੇਲ ਲੱਭਦੇ ਆ ਜਦੋਂ ਉਹਨਾਂ ਨੇ ਕਿਤੇ ਕਿਸੇ ਆਪਣੀ ਸ਼ਾਪਿੰਗ ਲਈ ਜਾਣਾ ਹੋਵੇ, ਵੀ ਸੇਲ ਲੱਗੂਗੀ ਤਾਂ ਆਪਾਂ ਕੋਈ ਚੀਜ਼ ਖਰੀਦਾਂਗੇ। ਜਦੋਂ ਗਰੋਸਰੀ ਕਰਨ ਜਾਂਦੇ ਆ, ਉੱਥੇ ਉਹ ਇਹ ਨਹੀਂ ਵੇਖਦੇ ਕਿ ਲੇਟੈਸਟ ਕੀ ਆਇਆ, ਉੱਥੇ ਉਹ ਇਹ ਦੇਖਦੇ ਆ ਕਿ ਆਫ ਤੇ ਕੀ ਲੱਗਿਆ। ਸਹੀ ਗੱਲ ਹੈ। ਪਹਿਲਾਂ ਉਹਨਾਂ ਸਟੈਂਡਸ ਦੇ ਉੱਤੇ ਨਿਗਾਹ ਮਾਰੀ ਜਾਂਦੀ ਹੈ ਜਿੱਥੇ ਕਲੀਅਰੈਂਸ ਲਿਖਿਆ ਹੁੰਦਾ। 2012 ਦੇ ਵਿੱਚ 30% ਲੋਕਾਂ ਨੂੰ ਲੱਗਦਾ ਸੀ ਕਿ ਸਾਡੀ ਆਉਣ ਵਾਲੀ ਪੀੜ੍ਹੀ ਸਾਡੇ ਜਿੰਨੀ ਵੈਲ ਆਫ, ਸਾਡੇ ਜਿੰਨੀ ਅਮੀਰ, ਸਾਡੇ ਜਿੰਨੀ ਸਮਰੱਥ ਨਹੀਂ ਹੋਣੀ। ਅੱਜ ਦੀ ਡੇਟ ਦੇ ਵਿੱਚ 75%, 75% ਲੋਕਾਂ ਨੂੰ ਕੈਨੇਡਾ ਦੇ ਵਿੱਚ ਇਹ ਲੱਗਣ ਲੱਗ ਪਿਆ ਕਿ ਸਾਡੀ ਆਉਣ ਵਾਲੀ ਪੀੜ੍ਹੀ ਸਾਡੇ ਜਿੰਨੀ ਸਮਰੱਥ, ਵੈਲ ਆਫ, ਅਮੀਰ, ਖਾਂਦੀ ਪੀਂਦੀ ਨਹੀਂ ਹੋਣੀ। ਕੈਨੇਡਾ ਵਿੱਚ ਆਉਣ ਦਾ ਇੱਕ ਸਭ ਤੋਂ ਵੱਡਾ ਸਾਡਾ ਕਾਰਨ ਕੀ ਹੁੰਦਾ ਕਿ ਸਟੈਂਡਰਡ ਆਫ ਲਿਵਿੰਗ ਜਾਂ ਕੁਆਲਿਟੀ ਆਫ ਲਾਈਫ ਜਿਹੜੀ ਉਹ ਇੱਥੇ ਵਧੀਆ ਮਿਲਦੀ ਹੈ। ਸ਼ਾਇਦ ਸਾਡੇ ਦੇਸ਼ ਨਾਲੋਂ ਇੱਥੇ ਕੁਆਲਿਟੀ ਆਫ ਲਾਈਫ ਬੈਟਰ ਹੋਵੇ, ਪਰ ਜੇ ਪਿਛਲੇ ਕੁਝ ਦਹਾਕਿਆਂ 'ਚ ਦੇਖੀਏ ਤਾਂ ਸਟੈਂਡਰਡ ਆਫ ਲਿਵਿੰਗ ਕੈਨੇਡਾ ਵਿੱਚ ਥੱਲੇ ਹੀ ਜਾਂਦਾ ਜਾ ਰਿਹਾ। ਕਿਸੇ ਵੇਲੇ ਇਹ ਅਵਲ ਦੇਸ਼ਾਂ ਵਿੱਚ ਸੀਗਾ, ਪਰ ਇਸ ਵੇਲੇ ਇਹ ਬਹੁਤ ਥੱਲੇ ਆ ਚੁੱਕਾ ਤੇ ਅਗਲੇ ਕੁਝ ਦਹਾਕਿਆਂ 'ਚ ਇਹਦਾ ਥੱਲੇ ਆਣਾ ਹੀ ਤੈਅ ਮੰਨਿਆ ਜਾ ਰਿਹਾ ਹੈ। ਇਹ ਕਿਉਂ ਹੋ ਰਿਹਾ? ਸਾਡਾ ਇਹ 'ਚ ਕੀ ਰੋਲ ਹੈ? ਸਰਕਾਰਾਂ ਦਾ ਇਹ 'ਚ ਕੀ ਰੋਲ ਹੈ? ਕੈਨੇਡਾ ਕੀ ਗਲਤੀਆਂ ਕਰ ਰਿਹਾ ਹੈ? ਉਹ ਸਾਰੀ ਗੱਲਬਾਤ ਕਰਨੀ ਬਹੁਤ ਜ਼ਰੂਰੀ ਹੈ ਕਿ ਕਿਉਂਕਿ ਜੇ ਹੁਣੇ ਸਾਨੂੰ ਇਹ ਮਹਿਸੂਸ ਹੋਣ ਲੱਗ ਗਿਆ ਹੈ ਤਾਂ ਅਗਲੇ ਕੁਝ ਸਾਲਾਂ 'ਚ ਕੀ ਕੈਨੇਡਾ ਉਹ ਡ੍ਰੀਮ ਕੰਟਰੀ ਰਹੂਗਾ ਜਿਹਨੂੰ ਅਸੀਂ ਮੰਨਦੇ ਹਾਂ ਹੁਣ ਤੱਕ? ਇਸ ਬਾਰੇ ਗੱਲ ਕਰਦੇ ਹਾਂ। ਜਤਿੰਦਰ ਜੀ, ਪਹਿਲਾਂ ਤਾਂ ਅਸੀਂ ਦੋਵੇਂ ਹੀ ਵੈਸੇ ਨਿਊ ਇਮੀਗ੍ਰੈਂਟਸ ਹਾਂ, ਅਸੀਂ ਇੱਥੇ ਬੈਟਰ ਕੁਆਲਿਟੀ ਆਫ ਲਾਈਫ ਲਈ ਆਏ ਹਾਂ, ਪਰ ਜਦੋਂ ਇਹ ਚੀਜ਼ਾਂ ਸਾਹਮਣੇ ਆਉਂਦੀਆਂ ਤੇ ਜੋ ਸੱਚਾਈ ਮੈਂ ਕਹਿੰਦਾ ਸਾਹਮਣੇ ਆਉਂਦੀ ਹੈ ਤਾਂ ਧੱਕਾ ਤਾਂ ਲੱਗਦਾ ਨਾ ਇੱਕ ਵਾਰ। ਧੱਕਾ ਲੱਗਦਾ ਜੀ, ਰਾਦਰ ਡਰ ਲੱਗਦਾ ਇਸ ਚੀਜ਼ ਨੂੰ ਦੇਖ ਕੇ, ਕਿਉਂਕਿ ਜੋ ਮੈਂ ਲੇਟੈਸਟ ਪੜ੍ਹਿਆ ਅਖਬਾਰਾਂ ਦੇ ਵਿੱਚ ਕਈ ਮਾਹਰਾਂ ਦੀਆਂ ਟਿੱਪਣੀਆਂ ਆਈਆਂ। ਇੱਕ ਰਿਪੋਰਟ ਆਈ ਹੈ ਜੋ TD ਬੈਂਕ ਵੱਲੋਂ, ਜੋ ਕਿ ਕੈਨੇਡਾ ਦਾ ਇੱਕ ਆਪਣਾ ਮੋਹਰੀ ਬੈਂਕ ਹੈ, ਉਹਦੇ ਵੱਲੋਂ ਇੱਕ ਰਿਸਰਚ ਕਰਵਾਈ ਗਈ ਹੈ ਜਿਹਦੇ ਆਧਾਰ 'ਤੇ ਰਿਪੋਰਟ ਆਈ ਹੈ। ਮਾਹਰਾਂ ਦਾ ਤਾਂ ਇੱਥੋਂ ਤੱਕ ਕਹਿਣਾ ਹੈ ਕਿ 1967 ਜਦੋਂ ਕੈਨੇਡਾ ਦੀ 100ਵੀਂ ਵਰ੍ਹੇਗੰਢ ਸੀ, ਕਿਉਂਕਿ 1867 ਦੇ ਵਿੱਚ ਕੈਨੇਡਾ ਜੋ ਮੌਜੂਦਾ ਰੂਪ ਹੈ ਇਹਦਾ ਬਣਨਾ ਸ਼ੁਰੂ ਹੋਇਆ ਸੀ। 100ਵੀਂ ਵਰ੍ਹੇਗੰਢ 'ਤੇ ਕੈਨੇਡਾ ਦੁਨੀਆ ਦਾ ਤੀਜਾ ਸਭ ਤੋਂ ਅਮੀਰ ਦੇਸ਼ ਸੀਗਾ। ਬਿਲਕੁਲ। ਤੇ ਜੇ ਅੱਜ ਦੀ ਗੱਲ ਕਰੀਏ ਉਸ ਰਿਪੋਰਟ ਦੇ ਮੁਤਾਬਕ, ਅੱਜ ਕੈਨੇਡਾ 15ਵਾਂ ਦੇਸ਼ ਹੈ। ਕਹਿਣ ਦਾ ਭਾਵ 12 ਦੇਸ਼, 12 ਅਰਥ ਵਿਵਸਥਾਵਾਂ ਸਾਡੇ ਤੋਂ ਅੱਗੇ ਲੰਘ ਗਈਆਂ। ਤੇ ਇਹ ਵੀ ਪ੍ਰਿਡਿਕਟ ਕੀਤਾ ਜਾ ਰਿਹਾ ਕਿ ਜੇ ਇਹ ਨਿਗਾਰ ਇਸੇ ਸਪੀਡ ਦੇ ਨਾਲ ਹੁੰਦਾ ਗਿਆ ਤਾਂ 2060 ਤੱਕ ਆਪਾਂ 47ਵੀਂ ਇਕੋਨਮੀ ਹੋਵਾਂਗੇ। 46 ਦੇਸ਼ ਸਾਡੇ ਤੋਂ ਅੱਗੇ ਹੋਣਗੇ। ਸੋ ਫਿਕਰ ਨਹੀਂ ਹੁੰਦਾ, ਡਰ ਲੱਗਦਾ ਜੀ। ਤੇ ਇਹ ਜਿਹੜੀ ਗੱਲ ਹੈ, ਇਹਨੂੰ ਮੈਂ ਜੇ ਥੋੜਾ ਸਿੰਪਲੀਫਾਈ ਕਰ ਦੇਵਾਂ ਤਾਂ ਉਹਨੂੰ ਇਹ ਸਮਝ ਲਈਏ ਕਿ ਕੈਨੇਡੀਅਨ ਇਕੋਨਮੀ ਗਰੋ ਕਰ ਰਹੀ ਹੈ। ਜੇ ਕੋਈ ਗੂਗਲ ਕਰੇਗਾ ਤੇ ਨੰਬਰ ਦੇਖੂਗਾ, ਕਹੂਗਾ ਬਾਈ ਜੀ ਇਹ ਕੀ ਗੱਲ ਕਰ ਰਹੇ ਨੇ, ਕੈਨੇਡੀਅਨ ਇਕੋਨਮੀ ਤਾਂ ਗਰੋ ਕਰ ਰਹੀ ਹੈ, ਪਰ GDP ਗਰੋਥ ਤੇ ਪਰ ਕੈਪੀਟਾ GDP ਗਰੋਥ ਵਿੱਚ ਫਰਕ ਹੈ, ਜਿਸ ਦੀ ਆਪਾਂ ਗੱਲ ਕਰ ਰਹੇ ਹਾਂ। ਸੋ ਕੈਨੇਡੀਅਨ ਇਕੋਨਮੀ ਤਾਂ ਗਰੋ ਕਰ ਰਹੀ ਹੈ, ਪਰ ਕੈਪੀਟਾ GDP ਜਿਹੜਾ ਇੱਕ ਬੰਦੇ ਨੂੰ ਜਾਂ ਹਰ ਸਾਡੇ ਵਰਗੇ ਨੂੰ ਇੰਪੈਕਟ ਕਰਦੀ ਹੈ, ਉਹਦੇ 'ਚ ਅਸੀਂ ਥੱਲੇ ਜਾਂਦੇ ਜਾ ਰਹੇ ਹਾਂ। ਸਹੀ ਗੱਲ ਹੈ, ਬਿਲਕੁਲ। ਜਿਹਦੇ ਨਾਲ ਤੁਹਾਡੀ ਪਰਚੇਜ਼ਿੰਗ ਪਾਵਰ, ਜਿਹਦੇ ਨਾਲ ਤੁਹਾਡੀ ਕੁਆਲਿਟੀ ਆਫ ਲਾਈਫ, ਜਿਹਦੇ ਨਾਲ ਤੁਹਾਡਾ ਸਟੈਂਡਰਡ ਆਫ ਲਿਵਿੰਗ ਜਿਹਨੂੰ ਆਪਾਂ ਕਹਿੰਦੇ ਆ, ਜਿਸ ਦੇ ਲਈ ਅਸੀਂ ਇੱਥੇ ਆਏ ਸੀ, ਜਿਸ ਦੇ ਨਾਲ ਉਹ ਨਿਰਧਾਰਿਤ ਹੁੰਦਾ, ਉਹ ਥੱਲੇ ਜਾ ਰਹੀ ਹੈ ਇਨ ਕੰਪੈਰੀਜ਼ਨ ਟੂ ਅਦਰ ਕੰਟਰੀਜ਼। G7 ਦੇ ਵਿੱਚ ਦੇਖੀਏ ਤਾਂ ਅਸੀਂ ਕਿਤੇ ਵੀ ਸਟੈਂਡ ਨਹੀਂ ਕਰਦੇ। ਅਸੀਂ ਮਹਿੰਗਾਈ ਦੀ ਗੱਲ ਕਰਦੇ ਹਾਂ। ਮਹਿੰਗਾਈ ਦੇ ਵਿੱਚ ਜੇ ਆਪਾਂ G7 ਦੇਸ਼ਾਂ ਦੇ ਵਿੱਚ ਦੇਖੀਏ, ਜ਼ਰੂਰ ਸਾਡਾ ਹੇਠੋਂ ਦੂਜਾ ਨੰਬਰ ਆ। ਸਾਡੇ ਥੱਲੇ ਸਿਰਫ ਜਾਪਾਨ ਆ, ਬਾਕੀ ਦੀਆਂ 5 ਕੰਟਰੀਜ਼ ਸਾਡੇ ਤੋਂ ਜ਼ਿਆਦਾ ਮਹਿੰਗੀਆਂ। ਪਰ ਕੈਪੀਟਾ ਜਿਹੜੀ GDP ਜਿਵੇਂ ਤੁਸੀਂ ਗੱਲ ਕੀਤੀ ਹੈ, ਉਹਦੇ ਵਿੱਚ ਤੁਸੀਂ G7 ਛੱਡੋ, ਅਸੀਂ ਹੋਰਨਾਂ ਕਈ ਕੰਟਰੀਆਂ ਤੋਂ ਵੀ ਥੱਲੇ ਜਾ ਚੁੱਕੇ ਹਾਂ। ਤੇ ਇਹਦੇ ਵਿੱਚ ਜਿਹੜਾ ਮੁੱਖ ਤੌਰ ਤੇ ਜਿਹੜਾ ਇਸ ਰਿਪੋਰਟ ਦੇ ਵਿੱਚ ਜਿਹੜਾ ਕਾਰਨ ਦੱਸਿਆ ਗਿਆ ਉਹ ਹੈਗਾ ਕਿ ਪ੍ਰੋਡਕਟੀਵਿਟੀ ਜਿਹੜੀ ਹੈਗੀ ਆ ਉਹ ਸਲੋ ਹੋਈ ਹੈ। ਹੁਣ ਤੁਸੀਂ ਕਹੋਗੇ ਪ੍ਰੋਡਕਟੀਵਿਟੀ ਕਿਵੇਂ ਸਲੋ ਹੋਈ ਹੈ? ਅਸਲ ਵਿੱਚ ਕੈਨੇਡਾ ਜਿਹੜਾ ਹੈ ਉਹ ਲੋਕਾਂ ਦੇ ਘੰਟੇ ਤਾਂ ਐਡ ਕਰ ਰਿਹਾ ਹੈ, ਨੰਬਰ ਆਫ ਵਰਕਿੰਗ ਆਵਰਸ ਐਡ ਹੋ ਰਹੇ ਹੈ, ਪਰ ਪ੍ਰੋਡਕਟੀਵਿਟੀ ਨਹੀਂ ਵੱਧ ਰਹੀ। ਉੱਥੇ ਪ੍ਰੋਬਲਮ ਕਿੱਥੇ ਹੈ? ਸਰਕਾਰ ਨੇ ਜਿੱਥੇ ਇਨਵੈਸਟ ਕਰਨਾ ਚਾਹੀਦਾ ਸੀ ਉੱਥੇ ਇਨਵੈਸਟ ਨਹੀਂ ਕੀਤਾ। ਕਿੱਥੇ? ਇਨੋਵੇਸ਼ਨ ਦੇ ਵਿੱਚ। ਇਨੋਵੇਸ਼ਨ 'ਚ ਇਨਵੈਸਟ ਨਹੀਂ ਹੋਇਆ, ਇਨਫਰਾਸਟਰਕਚਰ ਦੇ ਵਿੱਚ ਇਨਵੈਸਟ ਨਹੀਂ ਹੋਇਆ। ਤੇ ਇਸ ਤੋਂ ਇਲਾਵਾ ਹੋਰ ਕਈ ਸਾਰੇ ਕਾਰਨ ਹੈਗੇ ਆ ਜਿਨ੍ਹਾਂ ਦੇ ਕਰਕੇ ਕੈਨੇਡਾ ਨੂੰ ਜਿੱਥੇ ਹੋਣਾ ਚਾਹੀਦਾ ਸੀ, ਜੇ ਆਪਾਂ ਕਹੀਏ ਨਾ ਕਿ ਜਿੰਨੀ ਕਿ ਸਾਡੀ ਇਕੋਨਮੀ ਗਰੋ ਕਰ ਰਹੀ ਹੈ, ਉਹਦੇ ਵਿੱਚ ਇਮੀਗ੍ਰੇਸ਼ਨ ਦਾ ਬਹੁਤ ਵੱਡਾ ਯੋਗਦਾਨ ਹੈ। ਇਮੀਗ੍ਰੇਸ਼ਨ ਦਾ ਇੱਕ ਬਹੁਤ ਵੱਡਾ ਧੱਕਾ ਲੱਗ ਰਿਹਾ ਹੈ, ਜ਼ੋਰ ਲੱਗ ਰਿਹਾ ਕਹਿਣ ਦਾ ਭਾਵ, ਜਿਹਦੇ ਕਰਕੇ ਅਸੀਂ ਗਰੋ ਕਰ ਰਹੇ ਹਾਂ।
ਅਸਲ ਵਿੱਚ ਗਰੋ ਨਹੀਂ ਕਰ ਰਹੇ। ਜਿਸ ਤਰੀਕੇ ਨਾਲ ਹੁਣ ਅੱਗੇ AI ਦਾ ਯੁੱਗ ਆ ਰਿਹਾ, ਜਿਹੜੇ ਦੇਸ਼ਾਂ ਦੀ ਅੱਗੇ ਪ੍ਰਫੁੱਲਤ ਹੋਣਾ, ਉਹਨਾਂ ਨੇ ਜਿਸ ਸਪੀਡ ਦੇ ਨਾਲ ਉਹਨਾਂ ਨੇ ਅੱਗੇ ਜਾਣਾ, ਸ਼ਾਇਦ ਕੈਨੇਡਾ ਬਹੁਤ ਪਿੱਛੇ ਰਹਿ ਜਾਊਗਾ। ਤੁਹਾਡੀ ਗੱਲ ਨੂੰ ਇੱਕ ਵਾਰ ਫਿਰ ਮੈਂ ਕਿਹਾ ਸਿੰਪਲੀਫਾਈ ਕਰਨ ਦਾ ਕੰਮ ਮੈਂ ਹੀ ਕਰਦਾ। ਇੱਕ ਤਾਂ ਜਿਹੜੀ ਆ ਗੱਲ ਹੈ ਕਿ ਇਮੀਗ੍ਰੇਸ਼ਨ ਦੇ ਨਾਲ ਇਕਨੋਮੀ ਗਰੋ ਹੋ ਰਹੀ ਹੈ ਪਰ ਫਿਰ ਵੀ GDP ਘਟ ਰਹੀ ਹੈ, ਇਹ ਸਾਰੇ ਦਾ ਅਰਥ ਇਹ ਹੈ ਕਿ ਜਿੰਨੀ ਸਪੀਡ ਨਾਲ ਆਪਾਂ ਕਹਿ ਲਈਏ ਕਿ ਸਾਡੀ ਪੋਪੂਲੇਸ਼ਨ ਗਰੋ ਹੋ ਰਹੀ ਹੈ ਇਮੀਗ੍ਰੇਸ਼ਨ ਕਰਕੇ, ਇਕਨੋਮੀ ਗਰੋ ਤਾਂ ਹੋ ਰਹੀ ਹੈ ਪਰ ਉਨੀ ਸਪੀਡ ਨਾਲ ਨਹੀਂ ਹੋ ਰਹੀ। ਸੋ ਜਦੋਂ ਇਹ ਸਪੀਡਸ ਵਿੱਚ ਇਹ ਫਾਸਲਾ ਰਹਿ ਜਾਂਦਾ ਹੈ, ਉਹ ਇੰਪੈਕਟ ਆਮ ਬੰਦੇ ਤੇ ਆ ਜਾਂਦਾ, ਕਿਉਂਕਿ ਇਕਨੋਮੀ ਤਾਂ ਗਰੋ ਕਰ ਰਹੀ ਹੈ, ਅਸੀਂ ਇਸ ਤੇ ਕੋਈ ਡਾਊਟ ਹੀ ਨਹੀਂ ਕਰ ਰਹੇ, ਪਰ ਉਹ ਘੱਟ ਗਰੋ ਕਰ ਰਹੀ ਹੈ, ਪੋਪੂਲੇਸ਼ਨ ਜ਼ਿਆਦਾ, ਸੋ ਉਨੇ ਬੰਦਿਆਂ ਨੂੰ ਉਹ ਇਕਨੋਮੀ ਸਪੋਰਟ ਨਹੀਂ ਕਰ ਪਾ ਰਹੀ ਹੈ। ਸੋ ਸਾਡੀ ਜਿਹੜੀ ਜੇਬ 'ਚ ਪੈਸਾ ਬਚਣਾ ਹੈ ਉਹ ਘਟਦਾ ਜਾ ਰਿਹਾ। ਜੇ ਆਪਾਂ ਥੋੜ੍ਹਾ ਜਿਹਾ ਹੋਰ ਹਿਸਟੋਰੀਕਲ ਆਸਪੈਕਟ ਦੇ ਵੱਲ ਜਾਈਏ ਨਾ, 1980 ਤੱਕ ਜਿਹੜਾ ਸੀਗਾ ਕੈਨੇਡਾ ਦਾ ਇੱਕ ਐਜ ਸੀਗਾ। ਕੈਨੇਡਾ ਜਿਹੜਾ ਜਿਹਨੂੰ ਕਹਿੰਦੇ ਨਾ ਆਪਾਂ ਵੀ ਜਿੰਨੀ ਸਪੀਡ ਤੇ ਅਮਰੀਕਾ ਗਰੋ ਕਰ ਰਿਹਾ ਸੀ, ਜੋ ਉੱਥੋਂ ਦਾ ਲਾਈਫ ਸਟਾਈਲ ਸੀ, ਜੋ ਉੱਥੋਂ ਦੇ ਲੋਕਾਂ ਦਾ ਰਹਿਣ ਸਹਿਣ ਸੀਗਾ, ਕੈਨੇਡਾ ਉਹਦੇ ਨਾਲ ਬਿਲਕੁਲ ਕੰਧੇ ਨਾਲ ਕੰਧਾ ਮਿਲਾ ਕੇ ਜਿਹਨੂੰ ਕਹਿੰਦੇ ਪੂਰਾ ਐਨ ਬਰਾਬਰ ਚੱਲ ਰਿਹਾ ਸੀ। 1980 ਤੋਂ ਲੈ ਕੇ 2000 ਤੱਕ ਸਟਰਗਲ ਕਰਦਾ ਦਿਖਿਆ, ਲੇਕਿਨ 2000 ਤੋਂ ਲੈ ਕੇ ਇੱਕ ਸਟੀਪ ਡਿਕਲਾਈਨ ਜਿਹੜਾ ਹੈਗਾ ਉਹ ਦਰਜ ਕੀਤਾ ਗਿਆ। ਖਾਸ ਕਰ ਜਦੋਂ 2014-15 ਦਾ ਜਿਹੜਾ ਆਇਲ ਦਾ ਜਿਹੜਾ ਕ੍ਰਾਈਸਿਸ ਆਇਆ, ਜਦੋਂ ਆਇਲ ਦਾ ਜਿਹੜਾ ਪ੍ਰਾਈਸਿਸ ਜਿਹੜੇ ਹੈਗੇ ਉਹ ਇੱਕਦਮ ਬਹੁਤ ਜ਼ਿਆਦਾ ਵਧੇ, ਉਸ ਤੋਂ ਬਾਅਦ ਜਿਹੜਾ ਹੈਗਾ ਕੈਨੇਡਾ ਦੇ ਵਿੱਚ ਜਿਹੜਾ ਨਿਗਾਰ ਹੈ ਉਹਦੀ ਸਪੀਡ ਹੋਰ ਜ਼ਿਆਦਾ ਵੱਧ ਗਈ। ਤੇ ਹੁਣ ਜਿਹੜਾ ਇਹਨਾਂ ਰਿਪੋਰਟਾਂ ਦੇ ਵਿੱਚ ਪ੍ਰੈਡਿਕਟ ਕੀਤਾ ਜਾ ਰਿਹਾ, ਆਉਣ ਵਾਲੇ ਸਮੇਂ ਦੇ ਵਿੱਚ ਇੱਕ ਗਲੋਬਲ ਸ਼ਿਫਟ ਹੋ ਰਿਹਾ ਹੈ। ਗਲੋਬਲ ਸ਼ਿਫਟ ਕਿਸ ਚੀਜ਼ ਦਾ ਹੋ ਰਿਹਾ? ਊਰਜਾ ਦਾ, ਐਨਰਜੀ ਦਾ। ਅਸੀਂ ਫੋਸਲ ਫਿਊਲ ਤੋਂ ਜਿਹੜਾ ਹੈਗਾ ਉਹ ਬਦਲ ਕੇ ਦੂਸਰੇ ਬਦਲਵੇਂ ਪ੍ਰਬੰਧਾਂ ਵੱਲ ਨੂੰ ਜਾ ਰਹੇ ਹਾਂ। ਤੇ ਸਾਡਾ ਜਿਹੜਾ ਅਲਬਰਟਾ ਸੂਬਾ ਹੈਗਾ ਉਹ ਆਪਣੇ ਆਪ ਦੇ ਵਿੱਚ ਪਾਵਰ ਹਾਊਸ ਇੰਡਸਟਰੀ ਹੈ, ਉਹਦੇ ਵਿੱਚ ਸਾਰੇ ਦਾ ਸਾਰਾ ਜਿਹੜਾ ਹੈਗਾ ਉਹ ਆਇਲ ਇੰਡਸਟਰੀ ਹੈ। ਤੇ ਜਦੋਂ ਇਹ ਸ਼ਿਫਟ ਹੋਣੀ ਹੈ, ਕੈਨੇਡਾ ਨੇ ਇੱਕ ਆਪਣਾ ਟੀਚਾ ਰੱਖਿਆ ਹੋਇਆ 2050 ਤੱਕ ਦਾ, ਜਿਹੜਾ ਉਹਨਾਂ ਦਾ ਇੱਕ ਵਾਅਦਾ ਹੈਗਾ ਦੁਨੀਆ ਦੇ ਨਾਲ ਕਿ ਅਸੀਂ ਜ਼ੀਰੋ ਐਮਿਸ਼ਨ ਜਿਹੜਾ ਹੈਗਾ, ਨੈਟ ਜ਼ੀਰੋ ਐਮਿਸ਼ਨ ਜਿਹੜਾ ਹੈਗਾ ਉਹ ਅਚੀਵ ਕਰਾਂਗੇ। ਉਹਦੇ ਵਾਸਤੇ ਜਿਸ ਸਪੀਡ ਦੇ ਉੱਤੇ ਅਸੀਂ ਆਇਲ ਪ੍ਰੋਡਿਊਸ ਕਰ ਰਹੇ ਹਾਂ ਉਹ ਸਾਨੂੰ ਘਟਾਉਣਾ ਪੈਣਾ। ਜਦੋਂ ਉਹ ਇੰਡਸਟਰੀ ਸਾਡੀ ਇਹਦੇ ਵਿੱਚੋਂ ਫੇਜ਼ ਆਊਟ ਹੋਊਗੀ, ਜਦੋਂ ਉਹ ਇੰਡਸਟਰੀ ਸਾਡੀ ਇਹਦੇ ਵਿੱਚੋਂ ਬੰਦ ਹੋਊਗੀ, ਉਸ ਵੇਲੇ ਕੈਨੇਡਾ ਦੀ ਇਕਨੋਮੀ ਦੇ ਉੱਤੇ ਕੀ ਪ੍ਰਭਾਵ ਪੈਣਗੇ, ਉਹ ਹੁਣ ਕੋਈ ਵੱਡਾ ਅਰਥਸ਼ਾਸਤਰੀ ਇਹਨੂੰ ਬੜੇ ਆਰਾਮ ਨਾਲ ਪ੍ਰੈਡਿਕਟ ਕਰਕੇ ਦੱਸ ਸਕਦਾ। ਇਹਦਾ ਨਾ ਮੈਂ ਇੱਕ ਹੋਰ ਇਹਨੂੰ ਚਾਹੇ ਸਿੰਪਲੀਫਿਕੇਸ਼ਨ ਕਹਿ ਲਓ ਜਾਂ ਇੱਕ ਐਗਜ਼ਾਮਪਲ ਕਹਿ ਲਓ, ਮੈਂ ਤੁਹਾਨੂੰ ਦਿੰਦਾ। ਜ਼ਿਆਦਾਤਰ ਸਾਨੂੰ ਪਤਾ ਹੈ ਅਰਬ ਦੇਸ਼ ਜਿਹੜੇ ਨੇ ਬਹੁਤ ਅਮੀਰ ਨੇ ਤੇ ਮੋਸਟਲੀ ਆਇਲ ਇਕਨੋਮੀ ਹੈ। ਇੱਕ ਤਾਂ ਤੇਲ ਮੁੱਕਦਾ ਪਿਆ, ਉਹਨਾਂ ਦੇ ਜਿੰਨੇ ਖੂਹ ਨੇ ਉਹ ਖਾਲੀ ਹੁੰਦੇ ਪਏ ਨੇ, ਤੇ ਉਹਨਾਂ ਨੂੰ ਵੀ ਪਤਾ ਹੈ ਕਿ ਹੁਣ ਇਲੈਕਟ੍ਰਿਕ ਜਾਂ ਇਹ ਸਭ ਹੋਣ ਕਰਕੇ ਤੇਲ ਦੀ ਖਪਤ ਘਟਣੀ ਹੈ। ਸੋ ਉਹਨਾਂ ਨੇ ਆਪਣੀ ਜਿਹੜੀ ਇਕਨੋਮੀ ਹੈ ਉਹਨੂੰ ਰੈਵੋਲੂਸ਼ਨਾਈਜ਼ ਕਰਤਾ ਹੈ। ਉਹਨੇ ਇਮੀਗ੍ਰੇਸ਼ਨ ਤਾਂ ਵਧਾਈ ਹੈ, ਆਪਣੇ ਆਪ ਨੂੰ ਓਪਨ ਕੀਤਾ ਹੈ, ਪਰ ਜਿਹੜੇ ਹੋਰ ਤਰੀਕੇ ਨਾਲ ਇਕਨੋਮੀ ਜਨਰੇਟ ਹੁੰਦੀ ਹੈ ਉਹਨੂੰ ਉਹ ਵਧਾਈ ਜਾ ਰਹੇ ਨੇ। ਸੋ ਤੁਹਾਡੀ ਗੱਲ ਬਿਲਕੁਲ ਠੀਕ ਹੈ। ਐਲਬਰਟਾ ਸ਼ਾਇਦ ਵਨ ਆਫ ਦ ਫਾਸਟੈਸਟ ਗਰੋਇੰਗ ਪ੍ਰੋਵਿੰਸ ਹੈ, ਬਹੁਤ ਹੀ ਖਿੱਚ ਹੈ ਉਹਦੀ, ਉੱਥੇ ਪ੍ਰੋਵਿੰਸ਼ੀਅਲ ਟੈਕਸ ਨਹੀਂ ਹੈ, ਸਾਰਾ ਕੁਝ ਹੈ। ਉਹੀ ਗੱਲ ਹੈ, ਅਰਬ ਮਾਡਲ ਹੀ ਹੈ ਕਿ ਉੱਥੇ ਵੀ ਆਇਲ ਮਨੀ ਬਹੁਤ ਹੈ। ਪਰ ਜਦੋਂ ਆਇਲ ਚਲੋ ਮੁੱਕੇ ਨਾ ਮੁੱਕੇ, ਇਹ ਗੱਲ ਸਾਡੀ ਹੈ ਕਿ ਆਪਾਂ ਹੁਣ ਹੌਲੀ ਹੌਲੀ ਇਲੈਕਟ੍ਰਿਕ ਵੱਲ ਵੱਧ ਰਹੇ ਹਾਂ, ਸੋ ਤੇਲ ਤੋਂ ਦੂਰ ਹੋ ਰਹੇ ਹਾਂ। ਸੋ ਐਲਬਰਟਾ ਦੀ ਹੁਣ ਜਿਹੜੀ ਡਿਮਾਂਡ ਰਹੂਗੀ ਤੇਲ ਦੀ, ਉਹ ਤਾਂ ਘਟਣੀ ਤੈਅ ਹੈ। ਸੋ ਜਦੋਂ ਐਲਬਰਟਾ ਦੀ ਉਹ ਗਰੋਥ ਨਹੀਂ ਹੋਊਗੀ ਤਾਂ ਉਹ GDP ਤੇ ਫਰਕ ਪਾਊਗੀ। ਤੇ ਜੇ ਆ ਇਨੋਵੇਟ ਨਹੀਂ ਕਰਨਗੇ, ਜਿਹੜਾ ਤੁਸੀਂ ਲਫ਼ਜ਼ ਵਰਤਿਆ ਸੀਗਾ, ਤਾਂ ਉਹ ਇਕਨੋਮੀ ਸਫਰ ਕਰੂਗੀ। ਜਿਹੜੀ ਆਪਾਂ ਫੋਸਲ ਫਿਊਲ ਦੀ ਗੱਲ ਕਰ ਰਹੇ ਹਾਂ, ਇਹਦੇ ਵਿੱਚ ਪਿਛਲੇ ਕੁਝ ਦਿਨਾਂ ਦੇ ਵਿੱਚ ਜਿਹੜਾ ਹੈਗਾ ਫੈਡਰਲ ਲੈਵਲ ਦੇ ਉੱਤੇ ਇਸ ਚੀਜ਼ ਦੇ ਉੱਤੇ ਕੰਮ ਸ਼ੁਰੂ ਵੀ ਹੋ ਚੁੱਕਿਆ। ਜਿਹੜੀਆਂ ਆਇਲ ਪ੍ਰੋਡਿਊਸ ਕਰਨ ਵਾਸਤੇ ਸਬਸਿਡੀਜ਼ ਜਿਹੜੀਆਂ ਹਾਸਲ ਸੀਗੀਆਂ ਕੰਪਨੀਆਂ ਨੂੰ, ਉਹ ਹੌਲੀ ਹੌਲੀ ਹੁਣ ਫੇਜ਼ ਆਊਟ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ, ਜਸਟ ਬਿਕੋਜ਼ ਕਿ ਅਸੀਂ ਇਹਨੂੰ ਹੌਲੀ ਹੌਲੀ ਡਿਸਕਰੇਜ ਕਰਨਾ, ਅਸੀਂ ਇਸ ਚੀਜ਼ ਤੋਂ ਆਪਣਾ ਹੱਥ ਪਿੱਛੇ ਖਿੱਚਣਾ ਹੈ। ਅਸੀਂ ਉਸ ਕੁਆਂਟੀਟੀ ਦੇ ਵਿੱਚ ਹੁਣ ਆਇਲ ਪ੍ਰੋਡਿਊਸ ਨਹੀਂ ਕਰਾਂਗੇ ਜਿਸ ਕੁਆਂਟੀਟੀ 'ਚ ਪਹਿਲਾਂ ਕਰਦੇ ਸੀ, ਬਿਕੋਜ਼ ਜੇ ਅਸੀਂ ਕਰਦੇ ਰਹਾਂਗੇ ਫਿਰ ਅਸੀਂ ਆਪਣਾ ਟੀਚਾ ਜਿਹੜਾ 2050 ਦਾ ਹੈਗਾ ਉਹ ਹਾਸਲ ਨਹੀਂ ਕਰ ਸਕਦੇ। ਇੱਕ ਹੋਰ ਚੀਜ਼ ਤੇ ਤੁਹਾਡਾ ਮੈਂ ਧਿਆਨ ਲੈ ਕੇ ਆਉਣਾ ਚਾਹੁੰਦਾ। ਕੈਨੇਡਾ ਦੇ ਵਿੱਚ ਇੱਕ ਪ੍ਰੋਟੈਕਸ਼ਨਿਜ਼ਮ, ਸੁਰੱਖਿਆਵਾਦ ਚੱਲਦਾ। ਉਹ ਸੁਰੱਖਿਆਵਾਦ ਕੀ ਚੀਜ਼ ਆ, ਉਹ ਪ੍ਰੋਟੈਕਸ਼ਨਿਜ਼ਮ ਕੀ ਹੈ? ਇਹਦੇ ਵਿੱਚ ਕੁਝ ਇੰਡਸਟਰੀਜ਼ ਹੈ ਜਿਨ੍ਹਾਂ ਨੂੰ ਸਰਕਾਰ ਤੋਂ ਸੁਰੱਖਿਆ ਹਾਸਲ ਹੈ। ਇਸ ਰਿਪੋਰਟ ਦੇ ਵਿੱਚ ਜਿਨ੍ਹਾਂ ਨੂੰ ਲਿਸਟ ਕੀਤਾ ਗਿਆ ਮੈਂ ਤੁਹਾਡੇ ਸਾਹਮਣੇ ਰੱਖਦਾ। ਟੈਲੀਕਮਿਊਨੀਕੇਸ਼ਨ, ਕੋਈ ਕੰਪੀਟੀਸ਼ਨ ਨਹੀਂ। ਉਸ ਤੋਂ ਅੱਗੇ ਆ ਜਾਓ ਤੁਸੀਂ ਏਅਰ ਟ੍ਰੈਫਿਕ ਦੇ ਵਿੱਚ, ਜਾਂ ਤੁਸੀਂ ਕਹਿ ਲਓ ਕਿ ਜੋ ਹਵਾਈ ਰਸਤੇ ਦੇ ਰਾਹੀਂ ਜੋ ਟਰਾਂਸਪੋਰਟੇਸ਼ਨ ਹੈ, ਜੋ ਕਾਰਗੋ ਹੈ, ਉਹਦੇ 'ਚ ਕਿਸੇ ਤਰ੍ਹਾਂ ਦਾ ਕੋਈ ਕੰਪੀਟੀਸ਼ਨ ਨਹੀਂ। ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਦੇ ਵਿੱਚ ਕੰਪੀਟੀਸ਼ਨ ਹੈ ਨਹੀਂ। ਇੱਥੋਂ ਤੱਕ ਕਿ ਡੇਅਰੀ ਤੇ ਗਰੋਸਰੀ ਜਿਹੜਾ ਹੈਗਾ, ਜੋ ਬਿਲਕੁਲ ਬੇਸਿਕ ਹੈ, ਉਹਦੇ ਵਿੱਚ ਕੰਪੀਟੀਸ਼ਨ ਕ੍ਰੀਏਟ ਨਹੀਂ ਹੋਣ ਦਿੱਤਾ ਗਿਆ। ਸਰਕਾਰ ਦੇ ਵੱਲੋਂ ਇਹਨਾਂ ਇੰਡਸਟਰੀਜ਼ ਨੂੰ ਸੁਰੱਖਿਆ ਹਾਸਲ ਹੈ, ਪ੍ਰੋਟੈਕਸ਼ਨ ਹਾਸਲ ਹੈ। ਹੁਣ ਜਦੋਂ ਕਿਸੇ ਨੂੰ ਸੁਰੱਖਿਆ ਹਾਸਲ ਹੋਵੇ, ਉਹ ਬੰਦਾ ਫਿਰ ਉਹਨਾਂ ਕੀ ਕੰਮ ਕਰਦਾ ਜਿੰਨੇ ਕੁ ਦੀ ਲੋੜ ਆ, ਜਿਹਦੇ ਬਿਨਾਂ ਸਰਦਾ ਨਹੀਂ। ਇਹਨਾਂ ਕੰਪਨੀਜ਼ ਨੇ ਪਿਛਲੇ ਲੰਬੇ ਸਮੇਂ ਤੋਂ ਆਪਣੇ ਨਾ ਤਾਂ ਤੌਰ ਤਰੀਕੇ ਬਦਲੇ ਆ, ਨਾ ਆਪਣਾ ਕੰਮ ਕਰਨ ਦਾ ਕੋਈ ਜਿਹੜਾ ਹੈਗਾ ਉਹਨਾਂ ਦਾ ਤਰੀਕਾ ਬਦਲਿਆ, ਨਾ ਉਹਨਾਂ ਨੇ ਲੋਕਾਂ ਵਾਸਤੇ ਵਰਕਿੰਗ ਕੰਡੀਸ਼ਨਸ ਬਦਲੀਆਂ, ਨਾ ਵੇਜਿਸ ਦਾ ਕੋਈ ਬਹੁਤ ਜ਼ਿਆਦਾ ਫਰਕ ਪਿਆ।
ਲੋਕਾਂ ਦੀ ਪਰਚੇਸਿੰਗ ਪਾਵਰ ਤਾਂ ਵਧੂਗੀ ਜੇ ਉਹਨਾਂ ਦੇ ਹੱਥ 'ਚ ਪੈਸਾ ਆਊਗਾ। ਲੋਕਾਂ ਦੇ ਕੋਲੋਂ ਪੈਸਾ ਜਾ ਰਿਹਾ, ਲੋਕਾਂ ਕੋਲੇ ਪੈਸਾ ਆ ਨਹੀਂ ਰਿਹਾ। ਇਹ ਕੰਪਨੀਆਂ ਆਪਣੇ ਵਿੱਚ ਕੋਈ ਸੁਧਾਰ ਤਾਂ ਨਹੀਂ ਕਰ ਰਹੀਆਂ ਕਿਉਂਕਿ ਇਹਨਾਂ ਕੋਲੇ ਕੰਪੀਟੀਸ਼ਨ ਸਾਹਮਣੇ ਹੈ ਨਹੀਂ। ਸਟਾਰਟਅਪ ਇੱਥੇ ਗਰੋ ਨਹੀਂ ਕਰ ਸਕਦਾ ਕਿਉਂਕਿ ਜਿਹੜੀਆਂ ਵੱਡੀਆਂ ਕੰਪਨੀਆਂ ਆ, ਹੁਣ ਜੇ ਤੁਸੀਂ ਆਪਾਂ ਕਹੀਏ ਲੌਬਲੌਸ ਦੇ ਸਾਹਮਣੇ ਕੋਈ ਨਵਾਂ ਆ ਕੇ ਗਰੋਸਰ ਜਿਹੜਾ ਹੈਗਾ ਉਹ ਖੜ ਜਾਊਗਾ, ਕਿਵੇਂ ਖੜ ਜਾਊਗਾ? ਕਿਉਂਕਿ ਉਹਨੂੰ ਸੁਰੱਖਿਆ ਹਾਸਲ ਨਹੀਂ ਹੈ, ਦੂਜੀ ਕੰਪਨੀ ਨੂੰ ਸੁਰੱਖਿਆ ਹਾਸਲ ਹੈ। ਹੁੰਦਾ ਕੀ ਹੈ, ਇੱਥੋਂ ਦਾ ਜਿੰਨਾ ਵੀ ਟੈਲੈਂਟ ਹੈ, ਜੋ ਪੜ੍ਹਿਆ ਲਿਖਿਆ ਯੂਥ ਹੈ, ਜੋ ਸਟਾਰਟਅਪ ਦੇ ਵਿੱਚ ਜਿਨ੍ਹਾਂ ਨੇ ਆ ਕੇ ਐਂਟਰਪ੍ਰੈਨਿਓਰਸ਼ਿਪ ਆਪਣੀ ਅਜਮਾਉਣੀ ਸੀ, ਉਹ ਲੋਕ ਬਾਹਰ ਦਾ ਰੁਖ ਕਰ ਜਾਂਦੇ ਆ। ਸਾਊਥ ਵਾਲੇ ਪਾਸੇ ਨੂੰ, ਅਮਰੀਕਾ ਵਾਲੇ ਪਾਸੇ ਨੂੰ ਜਿਹੜਾ ਹੈਗਾ ਉਹਨਾਂ ਵਾਸਤੇ ਜਾਣਾ ਬੜਾ ਈਜ਼ੀ ਹੈ। ਸੋ ਇੱਥੋਂ ਦਾ ਟੈਲੈਂਟ ਜਿਹੜਾ ਹੈਗਾ ਉਹ ਡਰੇਨ ਹੋ ਰਿਹਾ ਇਸ ਜਿਹੜਾ ਹੈਗਾ ਸਿਸਟਮ ਦੇ ਚੱਲਦਿਆਂ। ਦੂਸਰਾ ਜਿਹੜਾ ਇਹਦਾ ਤੁਸੀਂ ਲੇਕਿਨ ਇੱਥੇ ਇਸ ਦੀ ਗੱਲ ਕਰਨੀ ਬੜੀ ਜ਼ਰੂਰੀ, ਜਿਹੜਾ ਬ੍ਰੇਨ ਡਰੇਨ ਦੀ ਤੁਸੀਂ ਗੱਲ ਕਰਤੀ ਹੈ ਨਾ, ਉਸ ਦੀ ਸ਼ਾਇਦ ਦੇਖ ਰਹੇ ਆ ਪਰ ਹਜੇ ਉਹਨੂੰ ਸਮਝ ਨਹੀਂ ਪਾ ਰਹੇ। ਕੈਨੇਡਾ ਅਸੀਂ ਬਾਰ-ਬਾਰ ਕਹਿੰਦੇ ਆ ਕਿ ਯਾਰ ਇੱਥੇ ਬਲੂ ਕਾਲਰ ਜੌਬਸ ਦਾ, ਵਾਈਟ ਕਾਲਰ ਜੌਬਸ ਦਾ ਇੰਨਾ ਫਾਇਦਾ ਨਹੀਂ ਹੈ, ਤੁਸੀਂ ਕੋਈ ਸਕਿੱਲ ਲੈ ਆਓ। ਹੁਣ ਉਹ ਸਕਿੱਲ ਪਲੰਬਿੰਗ, ਟਰੱਕ ਡਰਾਈਵਿੰਗ, ਇਲੈਕਟ੍ਰੀਸ਼ੀਅਨ, ਕਾਰਪੈਂਟਰ, ਇਹ ਸਭ ਹੈ। ਪਰ ਕੈਨੇਡਾ ਇਹ ਨਹੀਂ ਸਮਝ ਰਿਹਾ ਕਿ ਜਿਹੜਾ ਆਈਟੀ ਵਾਲੇ ਨੇ, ਫੋਰ ਐਗਜ਼ਾਮਪਲ ਸਭ ਤੋਂ ਵੱਡਾ ਐਗਜ਼ਾਮਪਲ ਆਈਟੀ ਵਾਲਿਆਂ ਦਾ, ਉਹ ਕੈਨੇਡਾ ਆ ਕੇ ਵੀ ਯੂਐਸ ਵੱਲ ਜਾਣਾ ਚਾਹੁੰਦੇ ਨੇ। ਸੋ ਜਿਹੜਾ ਕੈਨੇਡਾ ਦਾ ਆਪਣਾ ਬ੍ਰੇਨ ਡਰੇਨ ਹੋ ਰਿਹਾ, ਉਹਦਾ ਨੁਕਸਾਨ ਕੈਨੇਡਾ ਹਜੇ ਦੇਖ ਨਹੀਂ ਰਹੀ। ਪੰਜਾਬ ਨੂੰ ਕਈ ਚਿਰ ਬਾਅਦ ਦਿਖਿਆ ਸੀਗਾ, ਜਿਵੇਂ ਹੁਣ ਦਿਖਣਾ ਸ਼ੁਰੂ ਹੋਇਆ। ਕੈਨੇਡਾ ਨੂੰ ਜਦ ਤੱਕ ਦਿਖਣਾ, ਉਦ ਤੱਕ ਬੜਾ ਭਾਰੀ ਨੁਕਸਾਨ ਹੋ ਜਾਣਾ। ਸੋ ਇਹ ਜਿਹੜਾ ਪ੍ਰੋਟੈਕਸ਼ਨਿਜ਼ਮ ਦਾ ਜਿਹੜਾ ਸਿਸਟਮ ਹੈ, ਜਿਹਦੇ ਕਰਕੇ ਇੱਕ ਸਟਾਰਟਅਪ ਈਕੋਸਿਸਟਮ ਜਿਹੜਾ ਬਣਨਾ ਚਾਹੀਦਾ, ਜਿਹਦੇ ਨਾਲ ਕੰਪੀਟੀਸ਼ਨ, ਹੈਲਦੀ ਕੰਪੀਟੀਸ਼ਨ ਕ੍ਰੀਏਟ ਹੋਵੇ, ਲੋਕਾਂ ਨੂੰ ਵੀ ਫਾਇਦਾ ਹੋਵੇ, ਇੰਡਸਟਰੀ ਨੂੰ ਖੁਦ ਨੂੰ ਵੀ ਫਾਇਦਾ ਹੋਵੇ। ਇੱਕ ਤਾਂ ਉਹ ਚੀਜ਼ ਇੱਥੇ ਜਿਹੜੀ ਹੈਗੀ ਰਿਪੋਰਟ ਦੇ ਵਿੱਚ ਬਹੁਤ ਨੈਸੈਸਰੀ ਦਰਸਾਈ ਗਈ ਹੈ ਜੇ ਅਸੀਂ ਆਪਣੀ ਪ੍ਰੋਡਕਟੀਵਿਟੀ ਨੂੰ ਵਧਾਉਣਾ ਹੈ। ਅਦਰਵਾਈਜ਼ ਜੇ ਲੋਕਾਂ ਦੇ ਸਰਵੇਜ਼ ਦੀ ਗੱਲ ਕਰੀਏ, ਮੈਂ ਆਪਣੀ ਗੱਲ ਨੂੰ ਇੱਥੇ ਵਿਰਾਮ ਦਊਂਗਾ। 2012 ਦੇ ਵਿੱਚ 30% 30% ਲੋਕਾਂ ਨੂੰ ਲੱਗਦਾ ਸੀ ਕਿ ਸਾਡੀ ਆਉਣ ਵਾਲੀ ਪੀੜ੍ਹੀ ਸਾਡੇ ਜਿੰਨੀ ਵੈਲ ਆਫ, ਸਾਡੇ ਜਿੰਨੀ ਅਮੀਰ, ਸਾਡੇ ਜਿੰਨੀ ਸਮਰੱਥ ਨਹੀਂ ਹੋਣੀ। ਅੱਜ ਦੀ ਡੇਟ ਦੇ ਵਿੱਚ 75% 75% ਲੋਕਾਂ ਨੂੰ ਕੈਨੇਡਾ ਦੇ ਵਿੱਚ ਇਹ ਲੱਗਣ ਲੱਗ ਪਿਆ ਕਿ ਸਾਡੀ ਆਉਣ ਵਾਲੀ ਪੀੜ੍ਹੀ ਸਾਡੇ ਜਿੰਨੀ ਸਮਰੱਥ, ਵੈਲ ਆਫ, ਅਮੀਰ, ਖਾਂਦੀ ਪੀਂਦੀ ਨਹੀਂ ਹੋਣੀ। ਸੋ ਇੱਕ ਗੱਲ ਤਾਂ ਇਹ ਹੈ ਕਿ ਮਹਿੰਗਾਈ ਵੱਧ ਰਹੀ ਹੈ, ਇਹ ਸਭ ਹੋ ਰਿਹਾ, ਪਰ ਜਦੋਂ ਇਹ ਗੱਲਾਂ ਸਾਹਮਣੇ ਆਉਂਦੀਆਂ ਕਿ ਚੀਜ਼ਾਂ ਇੰਪਰੂਵ ਸ਼ਾਇਦ ਨਹੀਂ ਹੋਣਗੀਆਂ, ਤਾਂ ਮੈਨੂੰ ਲੱਗਦਾ ਉਹ ਹੋਰ ਫਿਕਰ ਦੀ ਲੋੜ ਹੈ। ਇੱਕ ਚੀਜ਼ ਜਿਹੜੀ ਮੈਂ ਜ਼ਰੂਰ ਇੱਥੇ ਜ਼ਿਕਰ ਕਰਨਾ ਚਾਹੁੰਦਾ, ਤੁਸੀਂ ਗੱਲ ਕੀਤੀ ਸੀ ਕਿ ਜਿਹੜੀ ਪ੍ਰੋਬਲਮ ਹੈ ਉਹ ਇਹ ਹੈ ਕਿ ਸਰਕਾਰ ਜਾਂ ਜਿਹੜੀ ਪਾਲਿਸੀ ਮੇਕਰਸ ਨੇ ਉਹ ਇਨੋਵੇਸ਼ਨ ਤੇ ਸਟ੍ਰੈਸ ਨਹੀਂ ਕਰ ਰਹੇ। ਪਰ ਇਸ ਰਿਪੋਰਟ 'ਚ ਇੱਕ ਹੋਰ ਜਿਹੜੀ ਬੜੀ ਇੰਪੋਰਟੈਂਟ ਚੀਜ਼ ਮੈਨੂੰ ਲੱਗਦੀ ਹੈ, ਉਹ ਸੀਗੀ R&D ਦੀ ਕਮੀ। ਰਿਸਰਚ ਐਂਡ ਡਿਵੈਲਪਮੈਂਟ ਦਾ ਜਿਹੜਾ ਬਜਟ ਹੈ ਉਹ ਪਿਛਲੇ ਸਾਲਾਂ 'ਚ ਘਟਦਾ, ਪਿਛਲੇ ਸਾਲਾਂ 'ਚ ਕੀ ਪਿਛਲੇ ਦਹਾਕਿਆਂ 'ਚ ਘਟਦਾ ਹੀ ਆ ਰਿਹਾ। ਸੋ ਜਦੋਂ R&D ਨਹੀਂ ਹੋਊਗੀ, ਯਾਨੀ ਕਿ ਰਿਸਰਚ ਐਂਡ ਡਿਵੈਲਪਮੈਂਟ, ਹੁਣ ਕੀ ਹੈ ਕਿ ਇਹਨਾਂ ਚੀਜ਼ਾਂ ਦਾ ਨਾ ਡਾਇਰੈਕਟ ਇੰਪੈਕਟ ਨਹੀਂ ਹੁੰਦਾ। ਜਿਹੜੀ ਕਿਸੇ ਚੀਜ਼ ਦੀ ਰਿਸਰਚ ਹੁੰਦੀ ਰਹਿਣੀ ਹੈ ਵੀ ਅਸੀਂ ਇਸ ਚੀਜ਼ ਨੂੰ ਕਿਵੇਂ ਬੈਟਰ ਕਰੀਏ, ਉਹ ਇੱਕ ਵਾਰ ਫਿਰ ਕੰਪੀਟੀਸ਼ਨ ਨਾਲ ਜੁੜੀ ਹੋਈ ਹੈ। ਜਦੋਂ ਇਹ ਵੱਡੇ ਪਲੇਅਰਸ ਤੇ ਕੰਪੀਟੀਸ਼ਨ ਦੀ ਉਹ ਸਟ੍ਰੈਸ ਹੋਊਗਾ ਨਾ, ਉਹ ਪ੍ਰੈਸ਼ਰ ਹੋਊਗਾ ਕਿ ਯਾਰ ਸਾਡੇ ਤੇ ਕੰਪੀਟੀਸ਼ਨ ਹੈ, ਅਸੀਂ ਇਨੋਵੇਟ ਕਰਨਾ ਹੈ, ਅਸੀਂ ਲੋਕਾਂ ਨੂੰ ਚੀਜ਼ ਬੈਟਰ ਵੀ ਦੇਣੀ ਹੈ ਤੇ ਸਸਤੀ ਵੀ ਦੇਣੀ ਹੈ, ਉਹ ਕੰਪੀਟੀਸ਼ਨ ਇਨਕਰੇਜ ਕਰਦਾ ਹੈ। ਫਿਰ ਰਿਸਰਚ ਐਂਡ ਡਿਵੈਲਪਮੈਂਟ ਤੇ ਕੰਮ ਹੁੰਦਾ ਕਿ ਯਾਰ ਹੁਣ ਤੁਸੀਂ ਰਿਸਰਚ ਕਰੋ ਵੀ ਜੇ ਅਸੀਂ ਇੰਟਰਨੈਟ ਬੈਟਰ ਵੀ ਦੇਣਾ ਤੇ ਸਸਤਾ ਵੀ ਕਰਨਾ, ਉਹ ਕਿਵੇਂ ਕਰੀਏ, ਕਿਉਂਕਿ ਵੈਸੇ ਤਾਂ ਚੀਜ਼ ਬੈਟਰ ਦੇਣ ਨੂੰ ਸਾਨੂੰ ਪ੍ਰਾਈਸ ਵਧਾਉਣੇ ਪੈਣਗੇ। ਸੋ ਇਹ ਚੀਜ਼ਾਂ ਇਕੱਠੀਆਂ ਜੁੜੀਆਂ ਹੋਈਆਂ ਨੇ। ਜੇ R&D ਤੇ ਸਰਕਾਰ ਆਪ ਸਪੈਂਡ ਕਰੇਗੀ ਤੇ ਕੰਪੀਟੀਸ਼ਨ ਵਧਾਏਗੀ, ਤਾਂ ਇਹ ਸਾਰੀਆਂ ਚੀਜ਼ਾਂ ਇਕੱਠੀਆਂ ਚੱਲਣਗੀਆਂ। ਫਿਰ ਉਹੀ ਜਿਹੜੀ ਤੁਸੀਂ ਗੱਲ ਕੀਤੀ ਸੀ ਇਨੋਵੇਸ਼ਨ ਹੋਊਗੀ, ਤਾਂ ਜਿਹੜੀ ਅਸੀਂ ਗੱਲ ਕਰ ਰਹੇ ਇਕਨੋਮੀ ਦੀ ਗਰੋ ਹੋਣ ਦੀ, ਪਰ ਕੈਪੀਟਾ GDP ਦੀ ਗਰੋ ਹੋਣ ਦੀ, ਉਹ ਤਾਂ ਹੋਊਗੀ। ਸੋ ਬੜੀਆਂ ਇਕੱਠੀਆਂ ਜੁੜੀਆਂ ਹੋਈਆਂ ਗੱਲਾਂ ਨੇ। ਮੈਂ ਕਿਸੇ ਨਾਲ ਗੱਲ ਕਰ ਰਿਹਾ ਸੀਗਾ ਤਾਂ ਉਹਨੇ ਬੜੀ ਵਧੀਆ ਗੱਲ ਕੀਤੀ। ਉਹ ਕਹਿੰਦੇ, ਮੈਂ ਉਹਨੂੰ ਜਦੋਂ ਪੁੱਛਿਆ, ਮੈਂ ਕਿਹਾ ਵੀ ਤੁਸੀਂ ਕੈਨੇਡਾ ਦੇ ਵਿੱਚ ਲਾਈਫ ਦਾ ਸ਼ਿਫਟ ਕਿਸ ਤਰ੍ਹਾਂ ਦਾ ਵੇਖ ਰਹੇ ਹੋ, ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ, ਜਿਹੜਾ ਸਟੈਂਡਰਡ ਆਫ ਲਿਵਿੰਗ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਕੀ ਫਰਕ ਪਿਆ? ਉਹਨੇ ਇੱਕ ਲਾਈਨ ਦੇ ਵਿੱਚ ਬੰਦੇ ਨੇ ਜਵਾਬ ਬੜਾ ਵਧੀਆ ਦਿੱਤਾ। ਕਹਿੰਦਾ ਜੀ ਬ੍ਰਾਂਡਡ ਤੋਂ ਨੋ ਨੇਮ ਤੇ ਆ ਚੁੱਕੇ ਆ। ਮਤਲਬ ਹੁਣ ਕੈਨੇਡੀਅਨਸ ਉਹ ਨੇ ਜਿਹੜੇ ਸੇਲ ਲੱਭਦੇ ਆ, ਜਦੋਂ ਉਹਨਾਂ ਨੇ ਕਿਤੇ ਕਿਸੇ ਆਪਣੀ ਸ਼ਾਪਿੰਗ ਲਈ ਜਾਣਾ ਹੋਵੇ ਵੀ ਸੇਲ ਲੱਗੂਗੀ ਤਾਂ ਆਪਾਂ ਕੋਈ ਚੀਜ਼ ਖਰੀਦਾਂਗੇ। ਜਦੋਂ ਗਰੋਸਰੀ ਕਰਨ ਜਾਂਦੇ ਆ, ਉੱਥੇ ਉਹ ਇਹ ਨਹੀਂ ਵੇਖਦੇ ਕਿ ਲੇਟੈਸਟ ਕੀ ਆਇਆ, ਉੱਥੇ ਉਹ ਇਹ ਦੇਖਦੇ ਆ ਕਿ ਆਫ ਤੇ ਕੀ ਲੱਗਿਆ। ਸਹੀ ਗੱਲ ਹੈ। ਪਹਿਲਾਂ ਉਹਨਾਂ ਸਟੈਂਡਸ ਦੇ ਉੱਤੇ ਨਿਗਾਹ ਮਾਰੀ ਜਾਂਦੀ ਹੈ ਜਿੱਥੇ ਕਲੀਅਰੈਂਸ ਲਿਖਿਆ ਹੁੰਦਾ। ਉੱਥੇ ਇਹ ਚੀਜ਼ ਤੇ ਨਿਗਾਹ ਨਹੀਂ ਮਾਰੀ ਜਾਂਦੀ ਕਿ ਅਸੀਂ ਇਸ ਵਾਰੀ ਜਿਹੜਾ ਹੈਗਾ ਨਵੀਂ ਚੀਜ਼ ਆਪਣੀ ਗਰੋਸਰੀ ਦੇ ਵਿੱਚ ਕੀ ਐਡ ਕਰ ਸਕਦੇ ਹਾਂ। ਆਪਾਂ ਵੀ ਗੱਲ ਕਰ ਰਹੇ ਸੀਗੇ ਕੱਲ ਜਦੋਂ ਕ੍ਰਿਕਟ ਮੈਚ ਵੇਖ ਰਹੇ ਸੀ, ਸਟੈਂਡਸ ਜਿੰਨੇ, ਜਦੋਂ ਇੰਡੀਆ 'ਚ IPL ਹੁੰਦਾ ਉੱਥੇ ਟਿਕਟ ਨਹੀਂ ਮਿਲਦੀ ਹੁੰਦੀ, ਇੱਥੇ GT20 ਚੱਲ ਰਿਹਾ, ਕਿੰਨੇ ਲੋਕ ਕ੍ਰਿਕਟ ਦੇਖਣ ਜਾ ਪਾ ਰਹੇ ਆ। ਇਹ ਨਹੀਂ ਕਿ ਉਹ ਜਾਣਾ ਨਹੀਂ ਚਾਹੁੰਦੇ, ਇਹ ਹੈ ਕਿ ਉਹ ਜਾ ਨਹੀਂ ਪਾ ਰਹੇ। ਜਦੋਂ ਬੰਦੇ ਨੂੰ ਇਹ ਡਰ ਹੋਵੇ ਨਾ ਜੇ ਕਿ ਮੈਂ 3 ਘੰਟੇ ਦੀ ਛੁੱਟੀ ਕਰੂੰਗਾ ਤੇ ਮੇਰੇ ਇੰਨੇ ਡਾਲਰ ਕੱਟੇ ਜਾਣੇ ਤੇ ਮੇਰੀ ਮਹੀਨੇ ਦਾ ਜਿਹੜਾ ਪੇ ਚੈੱਕ ਆ ਉਹ ਇੰਨਾ ਘਟ ਜਾਣਾ, ਤਾਂ ਫਿਰ ਉਹ ਬੰਦਾ ਹਿੰਮਤ ਨਹੀਂ ਕਰ ਪਾਉਂਦਾ। ਸਟੈਂਡਰਡ ਆਫ ਲਿਵਿੰਗ ਇਹ ਹੈ ਕਿ ਜਦੋਂ ਉਹ ਬੰਦੇ ਨੂੰ ਕੁਝ ਕਰਨ ਦਾ ਦਿਲ ਕਰੇ, ਉਹਨੂੰ 2 ਵਾਰ ਸੋਚਣਾ ਨਾ ਪਵੇ, ਉਹ ਉਸ ਚੀਜ਼ ਨੂੰ ਕਰ ਸਕੇ। ਇਹੀ ਸੁਪਨਾ ਸੀ ਜਿਹੜਾ ਲੈ ਕੇ ਅਸੀਂ ਇਹਨਾਂ ਦੇਸ਼ਾਂ ਦੇ ਵਿੱਚ ਆਏ ਸੀ, ਤੇ ਪਿਛਲੇ ਬਹੁਤ ਲੰਬੇ ਸਮੇਂ ਤੋਂ ਲੋਕ ਇਹ ਸੁਪਨਾ ਲੈ ਕੇ ਆਏ ਆ। ਤੇ ਕਈ ਲੋਕ ਜਿਹੜੇ ਰਿਵਰਸ ਮਾਈਗ੍ਰੇਸ਼ਨ ਦੀ ਗੱਲ ਕਰਦੇ ਆ, ਸ਼ਾਇਦ ਜਦੋਂ ਉਹਨਾਂ ਨੂੰ ਇਹ ਸੁਪਨਾ ਟੁੱਟਦਾ ਦਿਖਦਾ, ਜਦੋਂ 2060 ਦੀ
2060 ਦੀ ਉਹ ਫਿਗਰ ਦਿਖਦੀ ਹੈ ਵੀ ਇਹ 47ਵੀਂ ਇਕਨੋਮੀ ਬਣ ਜਾਊਗਾ ਦੁਨੀਆ ਦੇ ਵਿੱਚ, ਫਿਰ ਉਹ ਰਿਵਰਸ ਮਾਈਗ੍ਰੇਸ਼ਨ ਨੂੰ ਕੰਸੀਡਰ ਕਰਦੇ ਆ। ਅੱਛਾ, ਇੱਕ ਮੈਂ ਗੱਲ ਜਾਂਦੇ ਜਾਂਦੇ ਇਹ ਵੀ ਮੁਕਾ ਦੇਵਾਂ ਕਿ ਇਹ ਸ਼ਾਇਦ ਨਵੇਂ ਇਮੀਗ੍ਰੈਂਟ ਤੇ ਅਪਲਾਈ ਨਹੀਂ ਹੁੰਦੀ। ਨਵਾਂ ਇਮੀਗ੍ਰੈਂਟ ਵੈਸੇ ਹੀ ਮੈਨੂੰ ਲੱਗਦਾ ਜ਼ੀਰੋ ਤੋਂ ਬੜੇ ਥੱਲੇ ਤੋਂ ਸ਼ੁਰੂ ਕਰਦਾ, ਤਾਂ ਉਹਨੂੰ ਤਾਂ ਇਹ ਪਤਾ ਕਿ ਮੇਰੇ ਬੱਚਿਆਂ ਦੀ ਲਾਈਫ ਬੈਟਰ ਹੋਊਗੀ, ਜਾਂ ਮੈਂ ਜੋ ਚੀਜ਼ਾਂ ਉੱਥੇ ਅਫੋਰਡ ਨਹੀਂ ਸੀ ਕਰ ਪਾਉਂਦਾ ਉਹ ਮੈਂ ਇੱਥੇ ਕਰ ਪਾ ਰਿਹਾ। ਸੋ ਸ਼ਾਇਦ ਨਵਾਂ ਇਮੀਗ੍ਰੈਂਟ ਇਹ ਚੀਜ਼ਾਂ ਨੂੰ ਫੀਲ ਨਾ ਕਰੇ, ਹੈ ਨਾ, ਜਿਹੜਾ ਪੁਰਾਣਾ ਬੈਠਾ ਉਹਨੂੰ ਫਰਕ ਦਿਖਦਾ ਹੈ। ਸ਼ਾਇਦ ਉਹ 5 ਸਾਲ ਤੱਕ ਇਹਨਾਂ ਚੀਜ਼ਾਂ ਨੂੰ ਫੀਲ ਕਰੇ। ਬਿਲਕੁਲ ਸਹੀ ਗੱਲ ਹੈ ਜੀ। ਸੋ ਗੱਲ ਇੱਥੇ ਹੀ ਮੁਕਾਉਣੀ ਪੈਣੀ ਹੈ ਕਿਉਂਕਿ ਚਰਚਾ ਬੜੀ ਲੰਬੀ ਹੈ, ਪਰ ਇਹ ਜਿਹੜੇ ਚੇਂਜਸ ਨੇ, ਇਹ ਜਿਹੜੀ ਤਬਦੀਲੀਆਂ ਨੇ, ਸਾਨੂੰ ਸਾਰਿਆਂ ਨੂੰ ਹੁੰਦੀ ਦਿਖ ਰਹੀ ਹੈ। ਜੇ ਅਸੀਂ IT ਜਾਂ ਕਿਸੇ ਇਹੋ ਜਿਹੇ ਪ੍ਰੋਫੈਸ਼ਨ 'ਚ ਜੋ ਇੱਕ ਪ੍ਰੋਪਰ ਵਾਈਟ ਕਾਲਰ ਜੌਬ ਹੈ ਜਾਂ ਉਸ ਟੈਲੈਂਟ ਦੀ ਕਦਰ ਹੈ, ਤਾਂ ਅਸੀਂ US ਵੱਲ ਨੂੰ ਜਾਣਾ ਚਾਹੁੰਦੇ ਹਾਂ। ਤੇ ਜੇ ਸਾਡੇ ਕੋਲ ਉਸ ਤਰ੍ਹਾਂ ਦੀਆਂ ਸਕਿੱਲਸ ਨੇ ਜਿਵੇਂ ਦੀ ਕਾਰਪੈਂਟਰੀ, ਇਲੈਕਟ੍ਰੀਸ਼ੀਅਨ, ਅਸੀਂ ਗੱਲ ਕੀਤੀ ਪਲੰਬਿੰਗ, ਤਾਂ ਸਾਡੇ ਲਈ ਇਹ ਦੇਸ਼ ਸਾਨੂੰ ਸਹੀ ਲੱਗ ਰਿਹਾ। ਪਰ ਅਫੋਰਡੇਬਿਲਿਟੀ ਘਟਦੀ ਜਾ ਰਹੀ ਹੈ। ਚਾਹੇ ਕੈਨੇਡਾ ਇਹ ਕਵੇ ਕਿ ਸਾਡੀ ਹੁਣ ਇਕਨੋਮੀ ਗਰੋ ਕਰ ਰਹੀ ਹੈ, ਮਹਿੰਗਾਈ ਹੌਲੀ ਹੌਲੀ ਘਟ ਰਹੀ ਹੈ, ਇਨਫਲੇਸ਼ਨ ਘਟ ਰਹੀ ਹੈ, ਲੇਕਿਨ ਇਹ ਜਿਹੜੇ ਫਰਕ ਨੇ ਉਹ ਸਾਨੂੰ ਸਾਫ਼ ਦਿਖਾਈ ਦੇ ਰਹੇ ਨੇ। ਸੋ ਇਸ ਬ੍ਰੇਨ ਡਰੇਨ ਤੋਂ, ਇਸ ਪਰ ਕੈਪੀਟਾ GDP ਦੇ ਘੱਟ ਹੋਣ ਨਾਲ ਸਾਡਾ ਸਟੈਂਡਰਡ ਆਫ ਲਿਵਿੰਗ, ਜਿਹਦੇ ਕਰਕੇ ਅਸੀਂ ਬਹੁਤ ਵੱਡਾ ਫੈਕਟਰ ਹੈ ਜਿਹਦੇ ਕਰਕੇ ਅਸੀਂ ਕੈਨੇਡਾ ਆ ਰਹੇ ਹਾਂ, ਇਹਨਾਂ ਚੀਜ਼ਾਂ ਤੇ ਇਹਨੂੰ ਧਿਆਨ ਦੇਣਾ ਪੈਣਾ, ਕੰਪੀਟੀਸ਼ਨ ਵਧਾਉਣਾ ਪੈਣਾ ਸਭ ਤੋਂ ਪਹਿਲਾਂ ਤਾਂ ਵੱਡੇ ਬਿਜ਼ਨੈਸਿਸ ਦੇ ਵਿੱਚ, ਤਾਂ ਕਿ ਚੀਜ਼ਾਂ ਅਫੋਰਡੇਬਲ ਹੀ ਨਾ ਹੋ ਸਕਣ, ਲੇਕਿਨ ਇਹ ਵੀ ਹੋ ਸਕੇ ਕਿ ਉਹਨਾਂ ਚੀਜ਼ਾਂ ਤੇ ਕੰਟਰੋਲ ਕੀਤਾ ਜਾ ਸਕੇ, ਸਾਡੀ ਜ਼ਿੰਦਗੀਆਂ ਪੂਰੇ ਤੌਰ ਤੇ ਬਿਹਤਰ ਹੋ ਸਕਣ। ਧੰਨਵਾਦ।